ਬੋਲਿਆ ਹੈ। ਸੰਗਤ ਦੇ ਨਿਯਮ ਅਸੀਂ ਪਿਛਲੇ ਦਿਨਾਂ ਤੋਂ ਵਿਚਾਰਦੇ ਪਏ ਹਾਂ ਵੀ ਸੰਗਤ ਦੇ ਵਿੱਚ ਆ ਕੇ ਬੈਠਣਾ ਕਿੱਦਾਂ ਹੈ, ਸੰਗਤ ਦੇ ਵਿੱਚ ਆ ਕੇ ਕੀਰਤਨ ਕਿੱਦਾਂ ਸੁਣਨਾ ਹੈ। ਇਹ ਸਾਰਾ ਲਗਭਗ ਅਸੀਂ ਕੱਲ੍ਹ ਤੱਕ ਵਿਚਾਰਿਆ ਹੈ। ਹੁਣ ਜਿਹੜੇ ਸੰਗਤ ਦੇ ਵਿੱਚ ਆਉਂਦੇ ਨੇ ਅਤੇ ਸੰਗਤ ਦੇ ਵਿੱਚ ਆ ਕੇ ਤੇ ਵਾਪਸ ਆਪਣੇ ਘਰ ਨੂੰ ਵੀ ਜਾਂਦੇ ਨੇ, ਉਦੋਂ ਜਿਹੜਾ ਸਾਡਾ ਧਿਆਨ ਹੈ ਉਹ ਕਿਹੜੇ ਪਾਸੇ ਜਾ ਰਿਹਾ ਹੁੰਦਾ ਹੈ। ਮੈਂ ਫਿਰ ਬੇਨਤੀ ਕਰ ਦੇਵਾਂ, ਚਰਨ ਕਮਲ ਮਕਰੰਦ ਰਸ ਹੋਏ ਭਵਰ ਲੈ ਵਾਸ ਲੁਭਾਵੇ। ਸਾਰੀ ਖੇਡ ਜਿਹੜੀ ਹੈ ਨਾ ਉਹ ਸਾਡੀ ਕੰਸਨਟ੍ਰੇਸ਼ਨ ਦੀ ਹੈ, ਸਾਡੀ ਲਿਵ ਦੀ ਹੈ, ਸਾਡੇ ਧਿਆਨ ਦੀ ਹੈ ਵੀ ਇਹ ਕਿਹੜੇ ਪਾਸੇ ਚੱਲਦੀ ਹੈ। ਕਿਸੇ ਵੇਲੇ ਇੱਦਾਂ ਹੋ ਜਾਂਦਾ ਹੈ ਵੀ ਸਾਡਾ ਧਿਆਨ ਬੈਠੇ ਭਾਵੇਂ ਅਸੀਂ ਕਿਤੇ ਵੀ ਹੋਈਏ, ਧਿਆਨ ਸਾਡਾ ਕਿਤੇ ਨਾ ਕਿਤੇ ਗੁਰਦੁਆਰੇ ਵੱਲ ਹੁੰਦਾ ਹੈ। ਇਹ ਵੀ ਨਾਲ ਹੋ ਜਾਂਦਾ ਹੈ ਵੀ ਬੈਠੇ ਅਸੀਂ ਗੁਰਦੁਆਰੇ ਹੁੰਦੇ ਹਾਂ ਪਰ ਧਿਆਨ ਕਿਤੇ ਸਾਡਾ ਬਾਹਰ ਚਲਾ ਜਾਵੇ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਇੱਕ ਵਾਰ ਉਹ ਸਾਖੀ ਆਉਂਦੀ ਹੈ, ਉਹਨੂੰ ਹਾਜ਼ਰ ਗੈਰ ਹਾਜ਼ਰ ਅਤੇ ਗੈਰ ਹਾਜ਼ਰ ਹਾਜ਼ਰ ਦੀ ਜਿਹੜੀ ਸਾਖੀ ਹੈ ਉਹ ਇੱਦਾਂ ਬੋਲਿਆ ਜਾਂਦਾ। ਉਹ ਗੱਲ ਇਹ ਸੀ ਵੀ ਅਨੰਦਪੁਰ ਸਾਹਿਬ ਦੇ ਵਿੱਚ ਕਹਿੰਦੇ ਕਿਸੇ ਨੇ ਤਮਾਸ਼ਾ ਵਿਖਾਉਣ ਆਉਣਾ ਸੀ ਮਦਾਰੀ ਦਾ, ਅਤੇ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਜਦੋਂ ਉਹਨਾਂ ਨੇ ਆਪਸ ਦੇ ਵਿੱਚ ਸਲਾਹ ਕੀਤੀ ਵੀ ਮਹਾਰਾਜ ਨੇ ਪਤਾ ਨਹੀਂ ਜਾਣ ਦੇਣਾ ਕਿ ਨਹੀਂ ਜਾਣ ਦੇਣਾ, ਸਿਰਫ ਸਮਝਾਉਣ ਦੀ ਖਾਤਰ ਉਹਨਾਂ ਨੇ ਬੜਾ ਵਧੀਆ ਬੋਲਿਆ ਸੀ ਵੀ ਮਹਾਰਾਜ ਕਿਤੇ ਮਨਾ ਹੀ ਨਾ ਕਰ ਦੇਣ। ਉਹ ਕਹਿੰਦੇ ਵੀ ਅੱਧੇ ਜਿਹੜੇ ਸੀ ਨਾ ਉਹ ਮੌਕਾ ਲਾ ਕੇ ਤੇ ਨਿਕਲ ਗਏ ਵੀ ਕੋਈ ਨਹੀਂ, ਬਾਕੀ ਇੱਥੇ ਹੈ ਹੀ ਨੇ, ਆਪਾਂ ਜਾ ਕੇ ਵੇਖ ਆਉਂਦੇ ਹਾਂ ਵੀ ਉੱਥੇ ਕੀ ਹੋ ਰਿਹਾ। ਉਹ ਅੱਧੇ ਜਾਣੇ ਜਿਹੜੇ ਨਾ ਉਹ ਕਹਿੰਦੇ ਵੀ ਤਮਾਸ਼ਾ ਵੇਖਣ ਚੱਲ ਗਏ ਵੀ ਕੀ ਕਰਦਾ। ਹੁਣ ਚਲੇ ਤੇ ਗਏ ਨੇ, ਉੱਥੇ ਗਏ ਨੇ, ਅਤੇ ਉੱਥੇ ਮਨ ਦੇ ਵਿੱਚ ਡਰ ਹੈ ਵੀ ਜੇ ਸਤਿਗੁਰੂ ਨੂੰ ਦੱਸਾਂਗੇ ਤੇ ਕੀ ਦੱਸਾਂਗੇ, ਜਾਂ ਵੀ ਅਸੀਂ ਤਮਾਸ਼ਾ ਵੇਖਣ ਗਏ ਸੀ, ਜੇ ਦੱਸਿਆ ਤੇ ਕੀ ਦੱਸਾਂਗੇ ਵੀ ਬਿਨਾਂ ਪੁੱਛੇ ਤੋਂ ਗਏ ਸੀ। ਉਹਨਾਂ ਦਾ ਧਿਆਨ ਜਿਹੜਾ ਨਾ, ਚਾਹੇ ਡਰ ਕਰਕੇ ਕਹਿ ਲਓ, ਚਾਹੇ ਕਿਸੇ ਵੀ ਰੂਪ ਦੇ ਵਿੱਚ ਕਹਿ ਲਓ, ਧਿਆਨ ਇਸੇ ਪਾਸੇ ਦੇ ਵੱਲ ਹੀ ਵੀ ਮਹਾਰਾਜ ਨੇ ਪਤਾ ਨਹੀਂ ਕੀ ਕਹਿ ਦੇਣਾ। ਇੱਦਾਂ ਵੀ ਹੁੰਦਾ ਕਿਸੇ ਵੇਲੇ ਬੱਚੇ ਦੱਸ ਕੇ ਨਹੀਂ ਗਏ ਪਰ ਧਿਆਨ ਸਾਰਾ ਦਿਨ ਮਾਤਾ ਪਿਤਾ ਦੇ ਵਿੱਚ ਵੀ ਜੇ ਪਤਾ ਲੱਗ ਗਿਆ ਤੇ ਪਤਾ ਨਹੀਂ ਉਹਨਾਂ ਨੇ ਕੀ ਕਹਿ ਦੇਣਾ। ਤੇ ਹੁਣ ਜਿਹੜੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠੇ ਸੀ, ਜਿਹੜੇ ਸਤਿਗੁਰੂ ਦੀ ਸੇਵਾ ਦੇ ਵਿੱਚ ਸੀ ਜਾਂ ਲੰਗਰ ਦੀ ਸੇਵਾ ਦੇ ਵਿੱਚ ਜਿੱਥੇ ਵੀ ਕਿਤੇ ਸੀ, ਜਿਨ੍ਹਾਂ ਨੂੰ ਪਤਾ ਸੀ ਵੀ ਉੱਥੇ ਤਮਾਸ਼ਾ ਹੋਣਾ, ਉਹਨਾਂ ਨੇ ਕੀ ਕੀਤਾ, ਉਹ ਗਏ ਨਹੀਂ ਉਦੋਂ। ਪਰ ਉਹਨਾਂ ਦਾ ਧਿਆਨ ਕਿੱਥੇ ਸੀ? ਉਹਨਾਂ ਦਾ ਧਿਆਨ ਉਸੇ ਚੀਜ਼ ਦੇ ਵਿੱਚ ਵੀ ਚੱਲ ਜਾਂਦੇ ਤੇ ਪਤਾ ਨਹੀਂ ਕੀ ਉੱਥੇ ਵੇਖ ਹੋਣਾ ਸੀ, ਪਤਾ ਨਹੀਂ ਕਿੱਡੇ ਕੁ ਕਮਾਲ ਦਾ ਤਮਾਸ਼ਾ ਹੋ ਰਿਹਾ ਹੋਣਾ ਸੀ। ਜਦੋਂ ਮਹਾਰਾਜ ਦੇ ਕੋਲ ਗਏ, ਕਿਉਂਕਿ ਸਤਿਗੁਰੂ ਤੇ ਜਾਣਦੇ ਸੀ, ਸਤਿਗੁਰੂ ਗੱਲ ਸ਼ੁਰੂ ਕਰਦੇ ਨੇ, ਕਹਿੰਦੇ ਭਾਈ ਹਾਜ਼ਰ ਗੈਰ ਹਾਜ਼ਰ ਅਤੇ ਗੈਰ ਹਾਜ਼ਰ ਜਿਹੜੇ ਨੇ ਉਹ ਹਾਜ਼ਰ ਹੋ ਗਏ। ਸਤਿਗੁਰੂ ਜੀ ਇਹਦਾ ਕੀ ਮਤਲਬ ਹੈ? ਕਹਿੰਦੇ ਭਾਈ ਜਿਹੜੇ ਅਸਲ ਦੇ ਵਿੱਚ ਤਮਾਸ਼ਾ ਵੇਖਣ ਗਏ ਸੀ ਉਹਨਾਂ ਦਾ ਧਿਆਨ ਇੱਧਰ ਸੀ ਵੀ ਇੱਥੇ ਤਾਂ ਨਹੀਂ ਕੁਝ ਹੋ ਗਿਆ, ਅਤੇ ਜਿਹੜੇ ਇੱਥੇ ਬੈਠੇ ਸੀ ਉਹਨਾਂ ਦਾ ਧਿਆਨ ਬਾਹਰ ਸੀ ਵੀ ਉੱਥੇ ਪਤਾ ਨਹੀਂ ਕੀ ਕੁਝ ਵਾਪਰੀ ਜਾ ਰਿਹਾ। ਇਹ ਸਿਰਫ ਇੰਨੀ ਕੁ ਖੇਡ ਹੈ। ਖੇਡ ਹੈ ਸਾਡੀ ਕੰਸਨਟ੍ਰੇਸ਼ਨ ਕਿੱਧਰ ਹੈ, ਸਾਡੀ ਲਿਵ ਕਿੱਧਰ ਹੈ, ਸਾਡੀ ਸੁਰਤ ਕਿੱਧਰ ਚੱਲਦੀ ਪਈ ਹੈ ਸਾਰੇ ਦਿਨ ਦੀ। ਜੇ ਇੰਨੀ ਜ਼ਿਆਦਾ ਸੁਰਤ ਖਿੰਡੀ ਹੋਈ ਹੈ, ਇੰਨੇ ਜ਼ਿਆਦਾ ਪਾਸਿਆਂ ਦੇ ਉੱਤੇ ਸੁਰਤ ਲੱਗਦੀ ਹੈ, ਫਿਰ ਉਹਦਾ ਇੱਕ ਥਾਂ ਦੇ ਉੱਤੇ ਟਿਕਣਾ ਬੜਾ ਔਖਾ ਹੈ। ਔਰ ਇਹਨੂੰ ਤੁਸੀਂ ਆਪਣੇ ਪ੍ਰੈਕਟੀਕਲ ਦੇ ਵਿੱਚ ਸੋਚ ਕੇ ਵੇਖ ਲਓ। ਗੁਰਦੁਆਰੇ ਵਿੱਚ ਵੀ ਸਾਡਾ ਧਿਆਨ ਇੱਦਾਂ ਦਾ ਨਹੀਂ ਹੈ ਵੀ ਅਸੀਂ ਉਹ ਅੱਖਾਂ ਬੰਦ ਕਰਕੇ ਤੇ ਸੁਣਨਾ ਹੈ ਵੀ ਕੋਈ ਸਾਨੂੰ ਅੰਦਰੋਂ ਕੋਈ ਚੀਜ਼ ਸੁਣਦੀ ਹੈ ਕਿ ਨਹੀਂ ਸੁਣਦੀ, ਇੱਦਾਂ ਦਾ ਧਿਆਨ ਨਹੀਂ ਹੈ ਸਾਡਾ। ਸਾਡਾ ਧਿਆਨ ਕੀ ਹੈ? ਧਿਆਨ ਦੇ ਨਾਲ ਗੁਰੂ ਦੇ ਸ਼ਬਦ ਨੂੰ ਸੁਣਨਾ ਹੈ, ਪਾਠ ਨੂੰ ਸੁਣਨਾ ਹੈ, ਕੀਰਤਨ ਨੂੰ ਸੁਣਨਾ ਹੈ। ਇਹ ਸਾਡਾ ਧਿਆਨ ਹੈ। ਵਿਣ ਗੁਰ ਹੋਰ ਧਿਆਨ ਹੈ, ਸਭ ਦੂਜਾ ਭਾਉ, ਭਾਈ ਗੁਰਦਾਸ ਸਾਹਿਬ। ਪਰ ਇਸ ਧਿਆਨ ਨੂੰ ਪਕਾਉਣ ਦੇ ਲਈ ਵੀ ਤਾਂ ਪ੍ਰੈਕਟਿਸ ਚਾਹੀਦੀ ਹੈ। ਆਪਾਂ ਕਈ ਵਾਰ ਇਸ ਗੱਲ ਨੂੰ ਵਿਚਾਰਦੇ ਹੁੰਦੇ ਹਾਂ ਵੀ ਜਿਹੜਾ ਬੰਦਾ ਰੋਜ਼ ਗੁਰਦੁਆਰੇ ਆ ਰਿਹਾ ਹੈ, ਇੱਥੋਂ ਦਾ ਤੁਸੀਂ ਪ੍ਰੈਕਟੀਕਲ ਕਰਕੇ ਵੇਖ ਲਿਓ, ਜਿਹੜਾ ਰੋਜ਼ ਗੁਰਦੁਆਰੇ ਆ ਰਿਹਾ ਹੈ ਉਹਨੂੰ ਗੱਲ ਜਲਦੀ ਸਮਝ ਦੇ ਵਿੱਚ ਪਵੇਗੀ। ਬਸ ਦੂਜੇ ਪਾਸੇ ਉਹ ਬੰਦਾ ਹੈ ਜਿਹੜਾ ਪਹਿਲੀ ਵਾਰ ਆਇਆ ਹੈ, ਉਹਨੂੰ ਗੱਲ 'ਤੇ ਕੀ ਸਮਝ ਪੈਣੀ ਆ, ਬਹੁਤੀ ਵਾਰ ਤਾਂ ਉਹਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਮੈਂ ਇੱਥੇ ਗੱਲ ਸੁਣਨ ਦੇ ਲਈ ਆਇਆ ਹਾਂ, ਬਹੁਤੀ ਵਾਰ ਉਹਨੂੰ ਇਹ ਵੀ ਨਹੀਂ ਪਤਾ ਹੁੰਦਾ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵੀ ਜਦੋਂ ਅਸੀਂ ਸੰਗਤ ਦੇ ਵਿੱਚ ਵਿਚਰਦੇ ਹਾਂ ਜਾਂ ਬਾਹਰ ਵਿਚਰਦੇ ਹਾਂ, ਉਦੋਂ ਸਾਡਾ ਧਿਆਨ ਕਿਹੜੇ ਪਾਸੇ ਹੁੰਦਾ ਹੈ? ਵੀ ਧਿਆਨ ਕਿਤੇ ਟੈਨਸ਼ਨ ਦੇ ਵਿੱਚ ਹੋਵੇ, ਧਿਆਨ ਕਿਤੇ ਦੂਜੇ ਪਾਸੇ ਘੁੰਮਦਾ ਪਿਆ ਹੋਵੇ। ਕਹਿੰਦੇ ਜਿਹੜੇ ਸੰਗਤ ਦੇ ਵਿੱਚ ਆਉਣ ਵਾਲੇ ਗੁਰਸਿੱਖ ਨੇ ਉਹਨਾਂ ਦਾ ਕੀ ਸੁਭਾਅ ਹੈ?
ਚਰਨ ਕਮਲ ਮਕਰੰਦ ਰਸ, ਹੋਏ ਭਵਰ ਲੈ ਵਾਸ ਲੁਭਾਵੇ। ਜਿੱਦਾਂ ਭੌਰੇ ਨੂੰ ਕਮਲ ਦਾ ਮਕਰੰਦ ਚੰਗਾ ਲੱਗਦਾ ਹੈ। ਮਕਰੰਦ ਦਾ ਮਤਲਬ ਹੁੰਦਾ ਹੈ ਫੁੱਲਾਂ ਦਾ ਰਸ। ਜਿਹੜੇ ਵੀ ਜਿੱਦਾਂ ਸ਼ਹਿਦ ਦੀਆਂ ਮੱਖੀਆਂ ਹੁੰਦੀਆਂ ਨੇ, ਇਹ ਫੁੱਲਾਂ ਤੋਂ ਰਸ ਚੂਸਦੀਆਂ ਨੇ। ਔਰ ਕਿਤੇ ਕਿਤੇ ਜਿੱਥੇ ਇਹਨਾਂ ਦਾ ਜ਼ਿਆਦਾ ਅਟੈਕ ਹੋ ਜਾਵੇ, ਜਿੰਨੇ ਵੀ ਫੁੱਲ ਹੁੰਦੇ ਨੇ, ਜ਼ਿਆਦਾ ਸਰੋਂ ਦੇ ਫੁੱਲਾਂ ਦੇ ਉੱਤੇ, ਤੋਰੀਏ ਦੇ ਫੁੱਲਾਂ ਦੇ ਉੱਤੇ, ਹੋਰਨਾਂ ਫੁੱਲਾਂ 'ਤੇ ਬੈਠਦੀਆਂ ਨੇ, ਜਿੱਥੇ ਵੀ ਇਹਨਾਂ ਦਾ ਜ਼ਿਆਦਾ ਅਟੈਕ ਹੋ ਜਾਵੇ ਉੱਥੇ ਫੁੱਲਾਂ ਦੇ ਵਿੱਚੋਂ ਰਸ ਸੁਕਾ ਦਿੰਦੀਆਂ ਨੇ, ਪਰਾਗ ਖਤਮ ਕਰ ਦਿੰਦੀਆਂ ਨੇ। ਇਹਨਾਂ ਦਾ ਹਮਲਾ ਬਹੁਤ ਤੇਜ਼ ਹੁੰਦਾ ਇਸ ਪਾਸੇ ਤੋਂ। ਪਰ ਇਹਨਾਂ ਦੀ ਇੱਥੇ ਜਿਹੜੀ ਉਦਾਹਰਨ ਦਿੱਤੀ ਹੈ ਉਹ ਭੌਰੇ ਦੀ ਦਿੱਤੀ ਹੈ, ਵੀ ਉਹ ਕਮਲ ਦੇ ਫੁੱਲ ਦੇ ਵਿੱਚ ਆ ਕੇ ਬੈਠ ਜਾਂਦਾ ਅਤੇ ਉਹਦੇ ਵਿੱਚੋਂ ਰਸ ਲੈਂਦਾ ਰਹਿੰਦਾ ਹੈ। ਕੁਦਰਤ ਨੇ ਖੇਡ ਹੀ ਇੱਦਾਂ ਦੀ ਬਣਾਈ ਹੋਈ ਹੈ ਵੀ ਉਹਦੇ ਵਿੱਚੋਂ ਰਸ ਲੈਂਦਾ ਰਹਿੰਦਾ ਅਤੇ ਉਹਦੇ ਵਿੱਚ ਹੀ ਖਤਮ ਹੋ ਜਾਂਦਾ ਹੈ। ਹੁਣ ਇਹਦੇ ਲਈ ਇਹਨੂੰ ਸਾਡੀ ਜ਼ਿੰਦਗੀ ਦੇ ਵਿੱਚ ਇੱਦਾਂ ਸਮਝਾਇਆ ਗਿਆ ਹੈ ਵੀ ਜਿੱਦਾਂ ਭੌਰਾ ਜਿਹੜਾ ਹੈ ਉਹ ਫੁੱਲ ਦਾ, ਕਮਲ ਦਾ ਟੇਸਟ ਲੈਂਦਾ ਰਹਿੰਦਾ ਹੈ ਨਾ, ਅਸੀਂ ਜਿਹੜਾ ਸੰਗਤ ਦੇ ਵਿੱਚ ਆਉਣਾ ਹੁੰਦਾ ਹੈ ਅਤੇ ਸਾਡਾ ਧਿਆਨ ਹੁੰਦਾ ਹੈ ਵੀ ਸੰਗਤ ਦੇ ਵਿੱਚ ਅਸੀਂ ਆ ਕੇ ਅਤੇ ਸਤਿਗੁਰੂ ਦੇ ਜਿਹੜੇ ਕਮਲ ਵਰਗੇ ਚਰਨ ਨੇ ਉਹਨਾਂ ਦਾ ਟੇਸਟ ਲੈਣਾ ਹੁੰਦਾ ਹੈ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਕੀਰਤਨ ਮੰਨਣਾ ਹੁੰਦਾ ਹੈ। ਸਿੱਖੀ ਮੰਨਣ ਦਾ ਨਾਮ ਹੈ। ਸਿੱਖੀ ਇੱਦਾਂ ਦੀਆਂ ਗੱਲਾਂ ਨਹੀਂ ਨੇ ਵੀ ਫਿਲਾਸਫੀ ਦੀਆਂ ਗੱਲਾਂ ਨੇ ਵੀ ਤੁਹਾਨੂੰ ਆਹ ਗੱਲ ਦੱਸਣੀ ਹੈ, ਉਹਦੇ ਤੋਂ ਬਾਅਦ ਆਹ ਗੱਲ ਦੱਸਣੀ ਹੈ। ਸਿੱਖੀ ਮੰਨਣ ਦਾ ਨਾਮ ਹੈ ਵੀ ਇਹਨੂੰ ਜੀਣ ਦੇ ਵਿੱਚ ਆਨੰਦ ਆ ਰਿਹਾ ਹੋਵੇ, ਜਿੱਦਾਂ ਭੌਰੇ ਨੂੰ ਰਸ ਪੀਣ ਦੇ ਵਿੱਚ ਆਨੰਦ ਆ ਰਿਹਾ ਹੁੰਦਾ। ਸਾਡਾ ਗੁਰਦੁਆਰੇ ਬੈਠਣਾ ਸਮੇਤ ਮੇਰੇ ਇੱਦਾਂ ਦਾ ਹੋਵੇ ਵੀ ਬਸ ਬੈਠਿਆਂ ਹੀ ਆਨੰਦ ਆ ਰਿਹਾ ਹੋਵੇ। ਸੁਣਨਾ ਨਾ ਸੁਣਨਾ ਉਹ ਤੇ ਬਾਅਦ ਦੀਆਂ ਗੱਲਾਂ ਨੇ, ਇੱਥੇ ਬੈਠਣ ਦੇ ਵਿੱਚ ਵੀ ਆਨੰਦ ਮੈਨੂੰ ਆ ਰਿਹਾ ਹੋਵੇ, ਜਿੱਦਾਂ ਭੌਰੇ ਨੂੰ ਕਮਲ ਦੇ ਫੁੱਲ ਦੇ ਵਿੱਚੋਂ ਆ ਰਿਹਾ ਹੈ। ਚਰਨ ਕਮਲ ਇਸ ਕਰਕੇ ਕਹੇ ਜਾਂਦੇ ਨੇ ਕਿ ਕਮਲ ਜਿਹੜਾ ਹੈ ਉਹ ਸੁੰਦਰਤਾ ਦਾ ਪ੍ਰਤੀਕ ਹੈ, ਹਿੰਦੁਸਤਾਨ ਦਾ ਫੁੱਲ ਮੰਨਿਆ ਜਾਂਦਾ ਹੈ ਅਤੇ ਇਸ ਕਰਕੇ ਇਹ ਚਿੱਕੜ ਦੇ ਵਿੱਚ ਰਹਿ ਕੇ ਵੀ ਵਧੀਆ ਉੱਗਦਾ ਹੈ। ਇਸ ਕਰਕੇ ਇਹਨੂੰ ਮੰਨਿਆ ਜਾਂਦਾ ਵੀ ਕਮਲ ਜਿਹੜਾ ਹੈ ਉਹ ਚੰਗਾ ਹੈ। ਜਦੋਂ ਕਿਸੇ ਨੂੰ ਇਹ ਕਿਹਾ ਗਿਆ ਵੀ ਕਮਲ ਨੈਣ, ਉਹਦੀਆਂ ਅੱਖਾਂ ਕਮਲ ਦੇ ਫੁੱਲ ਵਰਗੀਆਂ ਨੇ। ਸੁੰਦਰਤਾ ਕਿਉਂਕਿ ਜਿਹੜੀ ਹੈ ਉਹ ਤੁਲਨਾ ਦਿੱਤੀ ਜਾਂਦੀ ਹੈ, ਉਪਮਾ ਦਿੱਤੀ ਜਾਂਦੀ ਹੈ ਕਾਵਿ ਦੇ ਵਿੱਚ। ਇਸ ਕਰਕੇ ਚਰਨ ਕਮਲ ਮਹਾਰਾਜ ਦੇ ਜਦੋਂ ਜਿੰਨੀ ਵਾਰ ਵੀ ਅਸੀਂ ਪੜ੍ਹਦੇ ਹਾਂ ਉੱਦਾਂ ਤੇ ਸਤਿਗੁਰੂ ਕਹਿੰਦੇ ਨੇ ਕਿ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਰੱਬ ਦਾ ਕੋਈ ਖਾਸ ਪੈਰ ਨਹੀਂ ਹੈ, ਪਰ ਜਦੋਂ ਸੁੰਦਰਤਾ ਦੀ ਗੱਲ ਕੀਤੀ ਹੈ ਤੇ ਫਿਰ ਕਿਹਾ ਗਿਆ ਵੀ ਜਿੱਦਾਂ ਕਮਲ ਸੁੰਦਰ ਹੁੰਦਾ ਹੈ ਇੱਦਾਂ ਮਹਾਰਾਜ ਦੇ ਕਮਲ ਵਰਗੇ ਜਿਹੜੇ ਚਰਨ ਨੇ ਉਹ ਨੇ। ਜਿਸ ਤਰੀਕੇ ਦੇ ਨਾਲ ਭੌਰਾ ਕਮਲ ਦੇ ਵਿੱਚ ਲੱਗਦਾ ਹੈ, ਇੱਦਾਂ ਜਿਹੜਾ ਸਿੱਖ ਸਾਡਾ ਜਿਹੜਾ ਸੁਭਾਅ ਹੈ ਉਹ ਸ਼ਬਦ ਦੇ ਵਿੱਚ ਹੋਣਾ ਚਾਹੀਦਾ ਹੈ। ਚਾਹੇ ਇੱਥੋਂ ਬਾਹਰ ਵੀ ਨਿਕਲ ਗਏ ਹਾਂ, ਚਾਹੇ ਇੱਥੋਂ ਚਲੇ ਵੀ ਗਏ ਹਾਂ, ਫਿਰ ਇਹ ਪ੍ਰੈਕਟਿਸ ਹੈ। ਚਰਨ ਕਮਲ ਮਕਰੰਦ ਰਸ, ਹੋਏ ਭਵਰ ਲੈ ਵਾਸ ਲੁਭਾਵੇ। ਜਿੱਦਾਂ ਭੌਰੇ ਨੂੰ ਕਮਲ ਦੀ ਖੁਸ਼ਬੂ ਮਕਰੰਦ ਚੰਗਾ ਲੱਗਦਾ ਹੈ, ਇੱਦਾਂ ਅਸੀਂ ਸ਼ਬਦ ਦੇ ਵਿੱਚ ਧਿਆਨ ਦੇਣਾ ਹੁੰਦਾ ਹੈ। ਦੂਜਾ ਪਾਸਾ, ਈੜਾ ਪਿੰਗਲਾ ਸੁਖਮਨਾ ਲੰਘ ਤ੍ਰਿਵੇਣੀ ਨਿਜ ਕਰ ਆਵੇ। ਹੁਣ ਜੇ ਅਸੀਂ ਇਹਨੂੰ ਇੱਦਾਂ ਸਮਝੀਏ ਵੀ ਅਸੀਂ ਗੁਰਬਾਣੀ ਦੇ ਸ਼ਬਦਾਂ ਦੇ ਵੱਲ ਤੇ ਬਹੁਤਾ ਧਿਆਨ ਨਹੀਂ ਦਿੰਦੇ, ਇਹ ਤਾਂ ਇਮਾਨਦਾਰੀ ਦੇ ਨਾਲ ਸਾਨੂੰ ਮੰਨਣਾ ਪਵੇਗਾ। ਅਸੀਂ ਬਹੁਤੀ ਵਾਰ ਸੁਣਦੇ ਨਹੀਂ ਹਾਂ ਵੀ ਮਹਾਰਾਜ ਕੀ ਕਹਿੰਦੇ ਨੇ ਅਤੇ ਕੀ ਨਹੀਂ ਕਹਿੰਦੇ। ਸਿਰਫ ਸਾਡੇ ਕਿੰਨੇ ਕੁ ਜਾਣਿਆਂ ਦੀ ਗੱਲ ਨਹੀਂ, ਤੁਸੀਂ ਬਾਹਰ ਵਾਲੇ ਪਾਸੇ ਤੋਂ ਵੀ ਧਿਆਨ ਰੱਖ ਲਓ ਕਿੰਨਾ ਕੁ ਬੰਦਾ ਗੁਰਬਾਣੀ ਦੇ ਸ਼ਬਦ ਨੂੰ ਵਿਚਾਰਦਾ ਪਿਆ ਹੈ। ਮੇਰੀ ਹੁਣੇ ਵੀਰ ਜੀ ਨਾਲ ਗੱਲ ਹੋ ਰਹੀ ਸੀ, ਕਹਿੰਦੇ ਅਸਲ ਦੇ ਵਿੱਚ ਨਾ ਮੈਂ ਉਹਦੇ ਵਿੱਚ ਸਭ ਤੋਂ ਪਹਿਲਾਂ ਹੀ ਆ ਜਾਂਦਾ ਹਾਂ। ਸਾਡੀ ਪ੍ਰੋਬਲਮ ਪਤਾ ਕੀ ਹੈ, ਪ੍ਰਭਾਤ ਫੇਰੀਆਂ ਵੀ ਚੱਲਦੀਆਂ ਪਈਆਂ ਨੇ ਅਤੇ ਉਹ ਕਹਿੰਦੇ ਵੀ ਪ੍ਰੋਬਲਮ ਸਾਡੀ ਇਹ ਆ ਰਹੀ ਹੈ ਵੀ ਜਿਹੜਾ ਸ਼ਬਦ ਪੜ੍ਹਦਾ ਪਿਆ ਹੈ ਉਹ ਇਕੱਲਾ ਹੀ ਸ਼ਬਦ ਪੜ੍ਹ ਰਿਹਾ ਹੈ। ਠੀਕ ਹੈ, ਪਿੱਛੇ ਵੀ ਬੜੇ ਜਣੇ ਬੋਲਦੇ ਨੇ, ਉਹ ਕੋਈ ਗਲਤ ਨਹੀਂ ਹੈ, ਪਿੱਛੇ ਵੀ ਬੋਲਦੇ ਪਏ ਨੇ, ਪਰ ਜਿਹੜਾ ਪੜ੍ਹਦਾ ਪਿਆ ਹੈ ਉਹ ਧਿਆਨ ਦੇ ਨਾਲ ਪੜ੍ਹਦਾ ਪਿਆ ਹੈ। ਜਿਨ੍ਹਾਂ ਨੂੰ ਵਾਰੀ ਨਹੀਂ ਮਿਲਣੀ ਉਹ ਧਿਆਨ ਦੇ ਨਾਲ ਪੜ੍ਹਦੇ ਪਏ ਨੇ। ਜਿਨ੍ਹਾਂ ਨੂੰ ਇਸ ਗੱਲ ਦੀ ਆਸ ਹੈ ਨਾ ਵੀ ਮੈਨੂੰ ਵਾਰੀ ਮਿਲ ਜਾਣੀ ਹੈ, ਉਹ ਨਹੀਂ ਜੇ ਧਿਆਨ ਦੇ ਨਾਲ ਪੜ੍ਹਦਾ। ਉਹਨੂੰ ਤਾਂ ਇਹੋ ਹੀ ਹੁੰਦਾ ਵੀ ਇਹਦਾ ਸ਼ਬਦ ਮੁੱਕੇ ਅਤੇ ਮੇਰੀ ਵਾਰੀ ਆਵੇ। ਉਹਦਾ ਧਿਆਨ ਨਹੀਂ ਹੈ ਉਹਨਾਂ ਉਹਦੇ ਵਿੱਚ ਜੋ ਪੜ੍ਹਿਆ ਜਾ ਰਿਹਾ, ਉਹਦਾ ਤਾਂ ਇਸ ਗੱਲ ਦੇ ਵੱਲ ਧਿਆਨ ਹੈ ਵੀ ਕਦੋਂ ਇਹਦਾ ਖਤਮ ਹੋਵੇ ਅਤੇ ਮੈਂ ਆਪਣੇ ਵੱਲ ਖਿੱਚਾਂ ਇਹਨੂੰ ਅਤੇ ਮੈਂ ਪੜ੍ਹਨਾ ਸ਼ੁਰੂ ਕਰ ਦੇਵਾਂ। ਪੜ੍ਹਨਾ ਬੁਰੀ ਗੱਲ ਨਹੀਂ ਹੈ, ਪਰ ਉਹਦਾ ਧਿਆਨ ਕਿੱਥੇ ਹੈ? ਉਹਦਾ ਧਿਆਨ ਕਿਹੜੇ ਪਾਸੇ ਘੁੰਮਦਾ ਪਿਆ ਹੈ? ਔਰ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਜਦੋਂ ਸ਼ਬਦ ਨੂੰ ਅਸੀਂ ਧਿਆਨ ਨਹੀਂ ਨਾ ਦਿੰਦੇ ਤਾਂ ਫਿਰ ਅਸੀਂ ਫਸਦੇ ਹਾਂ। ਕੋਈ ਸਾਨੂੰ ਯੋਗ ਦੇ ਵਿੱਚ ਫਸਾ ਕੇ ਲੈ ਜਾਂਦਾ, ਕੋਈ ਸਾਨੂੰ ਜੋਤਿਸ਼ 'ਚ ਫਸਾ ਕੇ ਲੈ ਜਾਂਦਾ, ਕੋਈ ਸਾਨੂੰ ਬਾਬਿਆਂ ਵੱਲ ਤੋਰ ਲੈਂਦਾ। ਈੜਾ ਪਿੰਗਲਾ ਅਤੇ ਸੁਖਮਨਾ ਪ੍ਰਾਣਾਯਾਮ ਦੇ, ਹਠ ਯੋਗ ਦੇ ਇਹ ਤਿੰਨ ਸਾਧਨ ਨੇ। ਉਹ ਮੰਨਦੇ ਨੇ ਵੀ ਸਰੀਰ ਦੇ ਅੰਦਰ ਨਾੜੀਆਂ ਨੇ
ਤੇ ਇੱਕ ਜਿਹੜੀ ਹੈ ਉਹਨੂੰ ਚੰਦਰ ਨਾੜੀ ਕਿਹਾ ਜਾਂਦਾ ਹੈ, ਸੂਰਜ ਨਾੜੀ ਕਿਹਾ ਜਾਂਦਾ ਹੈ। ਇੱਕ ਦਾ ਤਪਸ਼ ਦੇ ਨਾਲ ਸੰਬੰਧ ਹੈ, ਇੱਕ ਦਾ ਠੰਡ ਦੇ ਨਾਲ ਸੰਬੰਧ ਹੈ। ਤੁਸੀਂ ਵੇਖੋ ਕਈਆਂ ਨੂੰ ਸਵੇਰੇ ਸਵੇਰ ਲਾਇਆ ਹੁੰਦਾ ਨਾ ਵੀ ਆਹ ਨੱਕ ਬੰਦ ਕਰਕੇ ਇੱਧਰਲੇ ਪਾਸੇ ਤੋਂ ਫਿਰ ਸਾਹ ਖਿੱਚੋ, ਜਦੋਂ ਛੱਡਣਾ ਫਿਰ ਦੂਜੇ ਪਾਸੇ ਤੋਂ ਖਿੱਚੋ। ਇਹ ਕਿਹੜੇ ਪਾਸੇ ਲਾਇਆ ਹੈ ਲੋਕਾਂ ਨੂੰ? ਮੈਂ ਫਿਰ ਕਹਿ ਦੇਵਾਂ, ਸਰੀਰ ਨੂੰ ਤੰਦਰੁਸਤੀ ਦੇ ਰਹੀ ਹੈ ਤੇ ਕੋਈ ਨਹੀਂ, ਸਾਡੀ ਇੱਕ ਹੀ ਨਾਸਕਾ ਕੰਮ ਕਰਦੀ ਪਈ ਹੁੰਦੀ ਇੱਕ ਵੇਲੇ। ਪਰ ਸਾਡੇ ਬੰਦਿਆਂ ਨੇ ਜਦੋਂ ਸ਼ਬਦ ਨਹੀਂ ਸੁਣਿਆ ਹੁੰਦਾ, ਇਸ ਕਰਕੇ ਲੱਗਦਾ ਵੀ ਉਹ ਆਹ ਜਿਹੜਾ ਬਾਬਾ ਬੋਲਦਾ ਪਿਆ ਨਾ ਇਹ ਤਾਂ ਕਮਾਲ ਹੈ। ਉਹਨਾਂ ਨੇ ਦੁਬਾਰਾ ਆਪਣਾ ਕਾਰੋਬਾਰ ਕਿੰਨਾ ਸੈੱਟ ਕਰ ਲਿਆ। ਚਲੋ ਤੁਸੀਂ ਖਬਰਾਂ ਪੜ੍ਹਦੇ ਹੋਵੋਗੇ ਭਾਈ, ਸਾਡੇ ਲਈ ਇਹਨਾਂ ਚੀਜ਼ਾਂ ਦੇ ਵਿੱਚ ਫਸਣਾ ਮਸਲਾ ਨਹੀਂ ਹੈ ਵੀ ਅਸੀਂ ਯੋਗ ਦੇ ਆਸਣ ਕਰਦੇ ਫਿਰੀਏ ਤੇ ਫਿਰ ਅਸੀਂ ਕਹੀਏ ਵੀ ਸਾਡਾ ਰੱਬ ਨਾਲ ਮਿਲਾਪ ਹੋ ਜਾਣਾ। ਯੋਗ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਸਰੀਰਕ ਤੰਦਰੁਸਤੀ ਦੇ ਲਈ ਐਕਸਰਸਾਈਜ਼ ਕੀਤੀ ਜਾ ਸਕਦੀ ਹੈ, ਯੋਗ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ। ਕੋਈ ਆਸਣ ਕਰੋ, ਕਿਤੇ ਕੋਈ ਦਰਦ ਹੋ ਰਿਹਾ ਹੈ, ਡਿਸਕ ਹਿਲਦੀ ਪਈ ਹੈ, ਕੋਈ ਪ੍ਰੋਬਲਮ ਹੈ, ਜੇ ਐਕਸਰਸਾਈਜ਼ ਕੀਤਿਆਂ ਠੀਕ ਹੁੰਦੀ ਹੈ ਤੇ ਕੋਈ ਚੱਕਰ ਨਹੀਂ, ਕਰ ਲੈਣਾ ਚਾਹੀਦਾ ਹੈ। ਪਰ ਇੱਕ ਗੱਲ ਮੈਂ ਬੇਨਤੀ ਕਰ ਦੇਵਾਂ, ਜੇ ਕਿਤੇ ਬੰਦਾ ਇਹ ਸੋਚੇ ਵੀ ਇੱਦਾਂ ਦੇ ਆਸਣ ਕੀਤਿਆਂ ਕਿਤੇ ਅਸੀਂ ਰੱਬ ਵਾਲੇ ਪਾਸਿਓਂ ਤੁਰ ਪਵਾਂਗੇ, ਉਹ ਨਹੀਂ ਜੋ ਤੁਰਿਆ ਜਾਂਦਾ। ਰੱਬ ਦੇ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ, ਗੁਰਮਤ ਨਹੀਂ ਮੰਨਦੀ। ਫਿਜ਼ੀਕਲੀ ਸਿਰਫ ਇਹ ਐਕਟੀਵਿਟੀਜ਼ ਨੇ ਸਾਡੀਆਂ। ਹਾਂ, ਮਨ ਥੋੜ੍ਹਾ ਜਿਹਾ ਸ਼ਾਂਤ ਰਹਿ ਸਕਦਾ ਹੈ, ਇਹ ਇੱਕ ਪਾਸਾ ਹੈ। ਈੜਾ ਪਿੰਗਲਾ ਸੁਖਮਨਾ, ਵੀ ਬੰਦਾ ਜਦੋਂ ਕਿਤੇ ਸਮਾਧੀ ਲਗਾ ਕੇ ਬੈਠਾ ਹੋਵੇ। ਅੱਜ ਕੱਲ੍ਹ ਨਾ ਮੈਡੀਟੇਸ਼ਨ ਦੇ ਨਾਮ ਦੇ ਉੱਤੇ ਵੀ ਬੜੇ ਧੋਖੇ ਕੀਤੇ ਜਾ ਰਹੇ ਨੇ। ਤੁਸੀਂ ਕਿਤੇ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਜਿੰਨੇ ਵੀ ਪਲੇਟਫਾਰਮ ਨੇ, ਤੁਸੀਂ ਮੈਡੀਟੇਸ਼ਨ ਵਾਲਿਆਂ ਨੂੰ ਸੁਣ ਕੇ ਵੇਖੋਗੇ ਨਾ, ਹੋਰ ਹੀ ਪਾਸੇ ਲਾਇਆ ਹੋਇਆ ਉਹਨਾਂ ਨੇ ਲੋਕਾਂ ਨੂੰ ਵੀ ਇੱਦਾਂ ਅੱਖ ਬੰਦ ਕਰਨੀ ਹੈ, ਆਹ ਅੱਖਰ ਇੱਦਾਂ ਬੋਲਣਾ। ਲੋਕੀ ਵਿਧੀਆਂ ਦੇ ਵਿੱਚ ਹੀ ਲੱਗੇ ਪਏ ਨੇ, ਮੈਥਡ ਦੇ ਵਿੱਚ ਹੀ ਲੱਗੇ ਪਏ ਨੇ। ਧਿਆਨ ਲੱਗਾ ਕਿ ਨਹੀਂ ਲੱਗਾ ਉਹ ਤੇ ਬਾਅਦ ਦੀਆਂ ਗੱਲਾਂ ਨੇ। ਬਸ ਮਨ ਨੂੰ ਖੁਸ਼ੀ ਹੋ ਰਹੀ ਹੈ ਵੀ ਉਹਨੇ ਇੱਦਾਂ ਕਿਹਾ ਸੀ ਤੇ ਮੈਂ ਧਿਆਨ ਲਾਉਣਾ। ਸਾਡਾ ਇਹੋ ਹੀ ਧਿਆਨ ਹੈ। ਅੱਜ ਜਿੱਦਾਂ ਤੁਸੀਂ ਲਾ ਰਹੇ ਜੇ, ਬਸ ਚੌਕੜੀ ਮਾਰ ਕੇ ਬੈਠੇ ਹੋ ਨਾ, ਇਹਨੂੰ ਸੁਣਦੇ ਪਏ ਜੇ। ਇੱਦਾਂ ਪਾਠ ਸੁਣ ਲਿਆ ਕਰੋ, ਇੱਦਾਂ ਕਥਾ ਸੁਣ ਲਿਆ ਕਰੋ, ਇੱਦਾਂ ਕੀਰਤਨ ਸੁਣ ਲਿਆ ਕਰੋ। ਇਹੀ ਸਾਡਾ ਧਿਆਨ ਹੈ। ਕੋਈ ਬੀਬੀ ਪ੍ਰਸ਼ਾਦਾ ਪਕਾਰੀ ਨਾਲ ਸੁਖਮਨੀ ਸਾਹਿਬ ਦਾ ਪਾਠ ਕਰਦੀ ਪਈ ਹੈ, ਹੋਰ ਕਿਹੜਾ ਧਿਆਨ ਚਾਹੀਦਾ ਹੈ? ਜ਼ਰੂਰੀ ਥੋੜ੍ਹਾ ਵੀ ਉਹ ਸਪੈਸ਼ਲ ਥਾਂ ਦੇ ਉੱਤੇ ਜਾ ਕੇ ਬੈਠੇ ਤੇ ਨੱਕ ਨੂੰ ਉੱਤੇ ਉਂਗਲ ਰੱਖੇ ਤੇ ਫਿਰ ਹੀ ਅਸੀਂ ਕਹਾਂਗੇ ਵੀ ਹੁਣ ਹੀ ਧਿਆਨ ਲਾਉਣਾ ਹੈ। ਇਹਨਾਂ ਚੀਜ਼ਾਂ ਨੂੰ ਲੰਘਣਾ ਹੈ ਅਸੀਂ। ਭਾਈ ਗੁਰਦਾਸ ਸਾਹਿਬ ਕਹਿੰਦੇ, ਏੜਾ ਪਿੰਗਲਾ ਸੁਖਮਨਾ ਲੰਘ ਤਿਰਬੇਣੀ ਨਿਜ ਘਰ ਆਵੇ। ਭਾਈ ਜਿੱਦਾਂ ਅਸੀਂ ਮੰਨ ਲਓ ਅੰਮ੍ਰਿਤਸਰ ਜਾਣਾ ਹੋਵੇ ਇੱਥੋਂ, ਤੇ ਰਸਤੇ ਦੇ ਵਿੱਚ ਕਿੰਨੇ ਸਟੇਸ਼ਨ ਆ ਰਹੇ ਨੇ, ਸਾਰੇ ਛੱਡਦੇ ਜਾਂਦੇ ਆ ਨਾ, ਲੰਘਦੇ ਜਾਂਦੇ ਆ। ਇੱਦਾਂ ਅਸੀਂ ਇਹੋ ਜਿਹੇ ਸਾਧਨ ਨੂੰ ਲੰਘਣਾ ਹੁੰਦਾ ਹੈ। ਕੋਈ ਪ੍ਰਾਣਾਯਾਮ ਦਾ ਯੋਗ ਨਹੀਂ, ਕੋਈ ਸਾਡੇ ਵਿੱਚ ਜਿਹੜਾ ਹੱਠ ਯੋਗ ਨਹੀਂ ਹੈ ਵੀ ਸਰੀਰ ਨੂੰ ਕਸ਼ਟ ਦਿੱਤਿਆਂ ਕਿਤੇ ਜ਼ਿਆਦਾ ਕਿਤੇ ਗੱਲ ਬਣਦੀ ਪਈ ਹੈ। ਨਹੀਂ, ਜੋ ਤੁਸੀਂ ਆਰਾਮ ਦੇ ਨਾਲ ਬੈਠੇ ਸੁਣ ਸਕਦੇ ਜੇ, ਉਹਨੂੰ ਕਸ਼ਟ ਦੇ ਕੇ ਸੁਣਨ ਦੀ ਕੀ ਲੋੜ ਹੈ? ਇਸੇ ਕਰਕੇ ਸੰਗਤ ਦੇ ਵਿੱਚ ਕਲਾਸ ਵਰਕ ਵੀ ਹੋ ਰਿਹਾ ਤੇ ਹੋਮਵਰਕ ਵੀ ਹੋ ਰਿਹਾ ਹੁੰਦਾ। ਇਹੀ ਸਮਾਧੀ ਹੈ। ਇੱਥੇ ਸਾਡਾ ਅਗਲਾ ਪਾਸਾ ਵੀ ਤਿਆਰ ਹੋਈ ਜਾ ਰਿਹਾ ਵੀ ਸਾਨੂੰ ਅਗਲੇ ਪਾਸੇ ਦੀ ਸਮਝ ਆਈ ਜਾਵੇ। ਇਹਨਾਂ ਚੀਜ਼ਾਂ ਨੂੰ ਲੰਘਣਾ ਹੈ, ਨਿਜ ਘਰ ਆਵੇ। ਤੇ ਫਿਰ ਕੀ ਹੁੰਦਾ ਹੈ ਭਾਈ? ਆਪਣੇ ਸਵੈ ਸਰੂਪ ਦੇ ਵਿੱਚ ਆਉਂਦਾ ਹੈ। ਸਾਡੇ ਵਿੱਚ ਕੀ ਖੇਡ ਹੈ? ਮੰਨ ਲਓ ਆਸਣ ਕਿੰਨੇ ਚਿਰ ਲਈ ਕੀਤਾ ਜੀ? ਅੱਧਾ ਘੰਟਾ ਕਰ ਲਿਆ, 2 ਘੰਟੇ। 2 ਘੰਟੇ ਤੇ ਵੈਸੇ ਕੋਈ ਕਰਦਾ ਹੀ ਨਹੀਂ, ਕਾਰੋਬਾਰੀ ਜਿਹੜਾ ਹੋਵੇ। ਤੇ ਉਹ ਕੀ ਹੈ? ਸਾਹ ਸਾਹ ਮਨ ਪਵਨ ਲਿਵ। ਮਨ ਤੇ ਪਵਨ, ਇਹ 2 ਚੀਜ਼ਾਂ ਨੇ। ਪਵਨ ਦਾ ਮਤਲਬ ਹੈ ਸਾਡੇ ਸਾਹ, ਮਨ ਦਾ ਮਤਲਬ ਸਾਡਾ ਮਨ। ਸਾਹ ਸਾਹ ਮਨ ਪਵਨ ਲਿਵ। ਹੁਣ ਸਾਹ ਤੇ 24 ਘੰਟੇ ਚੱਲੇਗਾ ਸਾਡਾ। ਤੇ ਯੋਗ ਕਿੰਨਾ ਚਿਰ ਕੀਤਾ ਜੀ? ਆਸਣ ਕਿੰਨਾ ਚਿਰ ਕੀਤਾ? ਜਿਹਦੇ ਕੋਲ ਸਮਾਂ ਹੈ ਉਹਨੇ ਵੱਧ ਕਰ ਲਿਆ, ਤੇ ਜਿਹਦੇ ਕੋਲ ਸਮਾਂ ਨਹੀਂ ਹੈ ਉਹਨੇ ਘੱਟ ਕਰ ਲਿਆ। ਚਲੋ ਅੱਧਾ ਘੰਟਾ ਕਰ ਲਿਆ, 1 ਘੰਟਾ ਕਰ ਲਿਆ ਦਿਨ ਦੇ ਵਿੱਚ। ਕੋਈ ਵਿਰਲਾ ਹੀ ਹੋਵੇਗਾ 2 ਘੰਟਿਆਂ ਵਾਲਾ, ਉਹ ਵੀ ਜਿਹਨੇ ਕਿਤੇ ਲੋਕਾਂ ਨੂੰ ਸਿੱਖਿਆ ਦੇਣੀ ਹੈ। ਜਿਹਨੇ ਸਿੱਖਿਆ ਨਹੀਂ ਦੇਣੀ ਉਹ ਤੇ ਵਿਚਾਰਾ ਆਪਣਾ ਹੀ ਸੈਸ਼ਨ ਪੂਰਾ ਕਰਕੇ ਆਉਂਦਾ ਨਾ। ਉਹਦੇ ਵਿੱਚ ਕੀ ਹੈ? ਭਾਈ ਗੁਰਦਾਸ ਸਾਹਿਬ ਕਹਿੰਦੇ ਹਰ ਸਾਹ ਦੇ ਨਾਲ ਉਹਦੀ ਲਿਵ ਜੁੜੀ ਹੋਵੇ। ਹਰ ਸਾਹ ਦੇ ਵਿੱਚ ਲਿਵ ਜੁੜਨੀ ਕੀ ਹੈ ਫਿਰ? ਵੀ ਇਹ ਤਾਂ ਫਿਰ ਅੱਧੇ ਘੰਟੇ ਲਈ ਹੋਵੇਗਾ। ਯੋਗ ਤੇ ਅੱਧੇ ਘੰਟੇ ਦਾ ਹੈ, ਫਿਰ ਧਿਆਨ ਵੀ ਅੱਧੇ ਘੰਟੇ ਦਾ ਹੋਵੇਗਾ। ਸਾਡਾ ਧਿਆਨ ਅੱਧੇ ਘੰਟੇ ਵਾਲਾ ਨਹੀਂ ਹੈ। ਕਦੀ ਸਾਨੂੰ ਜਦੋਂ ਟੈਨਸ਼ਨ ਆਉਂਦੀ ਹੈ ਤਾਂ ਅਸੀਂ ਇਹ ਸੋਚਦੇ ਹਾਂ ਵੀ ਅੱਧਾ ਘੰਟਾ ਟੈਨਸ਼ਨ ਆਵੇਗੀ, ਬਾਕੀ 23.5 ਘੰਟੇ ਮੈਨੂੰ ਟੈਨਸ਼ਨ ਨਹੀਂ ਆਵੇਗੀ। ਟੈਨਸ਼ਨ ਤਾਂ 24 ਘੰਟੇ ਰਹਿੰਦੀ ਹੈ। ਫਿਰ ਸੁੱਤਿਆਂ ਵੀ ਕਿਤੇ ਜਾਗ ਆ ਜਾਵੇ ਤਾਂ ਫਿਰ ਟੈਨਸ਼ਨ ਆ ਕੇ ਘੇਰ ਲੈਂਦੀ ਹੈ। ਇੱਦਾਂ ਲਿਵ ਹੋਣੀ ਚਾਹੀਦੀ ਹੈ, ਇੱਦਾਂ ਕੰਸਨਟਰੇਸ਼ਨ ਹੋਣੀ ਚਾਹੀਦੀ ਹੈ ਸਾਡੀ, ਇੱਦਾਂ ਧਿਆਨ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਜੇ ਤੁਸੀਂ ਇੱਥੇ ਬੈਠੇ ਜੇ ਤਾਂ ਵੀ ਓਨਾ ਹੀ ਧਿਆਨ ਹੈ, ਜੇ ਘਰ ਬੈਠੇ ਜੇ ਤਾਂ ਵੀ ਓਨਾ ਹੀ ਧਿਆਨ ਹੈ, ਰਸਤੇ ਦੇ ਵਿੱਚ ਚੱਲਦੇ ਪਏ ਹਾਂ ਤਾਂ ਵੀ ਓਨਾ ਹੀ ਧਿਆਨ ਹੈ। ਕਿਉਂਕਿ ਮੈਂ ਵਾਰ-ਵਾਰ ਇਸ ਕਰਕੇ ਟੈਨਸ਼ਨ ਦੀ ਉਦਾਹਰਨ ਲੈ ਲੈਣਾ ਹੁੰਦਾ ਵੀ ਇਹ ਸਾਡੇ ਸਭ ਤੋਂ ਨੇੜੇ ਹੈ ਤੇ ਤੁਸੀਂ ਸਾਨੂੰ ਗੱਲ ਸਮਝ ਆ ਜਾਂਦੀ ਹੈ। ਇਹਦੇ ਤੋਂ ਬਿਨਾਂ ਸਾਨੂੰ ਹੋਰ ਕੋਈ ਬਹੁਤੀਆਂ ਗੱਲਾਂ ਪਤਾ ਵੀ ਨਹੀਂ ਹੋਣਗੀਆਂ। ਜਦੋਂ ਟੈਨਸ਼ਨ ਆਈ ਹੁੰਦੀ ਹੈ ਫਿਰ ਚੱਲਦਿਆਂ ਵੀ ਟੈਨਸ਼ਨ, ਸੁੱਤਿਆਂ ਵੀ ਟੈਨਸ਼ਨ, ਜਾਗਦਿਆਂ ਵੀ ਟੈਨਸ਼ਨ। ਇੱਦਾਂ ਲਿਵ ਹੁੰਦੀ ਹੈ। ਸੁੱਤਿਆਂ, ਬੈਠਦਿਆਂ, ਉੱਠਦਿਆਂ, ਚੱਲਦਿਆਂ ਧਿਆਨ ਇਸ ਪਾਸੇ ਹੋਵੇ। ਸਾਹ ਸਾਹ ਮਨ ਪਵਨ ਲਿਵ, ਸੋਹੰ ਹੰਸਾ ਜਾਪ ਜਪੈ ਜਪਾਵੇ। ਇਹ ਵੀ ਨਾ ਇੱਕ ਜਾਪ ਹੈ।
ਜਿੱਦਾਂ ਅਸੀਂ ਵਾਹਿਗੁਰੂ ਕਹਿੰਦੇ ਹਾਂ ਨਾ, ਇੱਦਾਂ ਕਈ ਲੋਕ ਜਿਹੜੇ ਨੇ ਨਾ ਸੋਹੰਗ ਦਾ ਜਾਪ ਕਰਦੇ ਨੇ। ਗੁਰਬਾਣੀ ਦੇ ਵਿੱਚ ਵੀ ਸ਼ਬਦ ਆਇਆ ਹੈ, ਇਹ ਸ਼ਬਦ ਹੈ ਸੋਹੰਗ। ਸੋ ਦਾ ਮਤਲਬ ਹੈ ਉਹ, ਜਿਹਨੂੰ ਪ੍ਰਨਾਉਨ ਵਰਤਿਆ ਜਾਂਦਾ ਹੈ। ਹੰਗ ਦਾ ਮਤਲਬ ਹੈ ਮੈਂ। ਇਹਦਾ ਮਤਲਬ ਹੈ ਜੋ ਰੱਬ ਹੈ ਉਹ ਮੈਂ ਹਾਂ। ਹੰਗ ਸੋ, ਜੋ ਮੈਂ ਹਾਂ ਉਹ ਰੱਬ ਹੈ। ਫਿਰ ਦੁਹਰਾ ਦੇਵਾਂ, ਸੋਹੰਗ ਦਾ ਮਤਲਬ ਹੈ ਜੋ ਉਹ ਹੈ ਉਹ ਮੈਂ ਹਾਂ, ਜੋ ਮੈਂ ਹਾਂ ਉਹ ਹੈ। ਇਹ ਰੱਬ ਵਾਲਾ ਪਾਸਾ ਹੈ। ਇਹਦਾ ਹੁਣ ਭਾਵ ਇੱਥੇ ਅਸੀਂ ਭਾਵ ਅਰਥ ਲੈਣਾ ਹੈ। ਕਹਿਣਾ ਅਸੀਂ ਵਾਹਿਗੁਰੂ ਹੀ ਹੁੰਦਾ ਹੈ, ਕਹਿਣਾ ਅਸੀਂ ਗੁਰਬਾਣੀ ਨੂੰ ਹੀ ਹੁੰਦਾ ਹੈ, ਸੁਣਨਾ ਅਸੀਂ ਬਾਣੀ ਨੂੰ ਹੀ ਹੁੰਦਾ ਹੈ। ਇਹਦੇ ਅਰਥ ਭਾਵ ਲੈਣੇ ਨੇ ਵੀ ਜਦੋਂ ਅਸੀਂ ਬੰਦਗੀ ਕਰਦੇ ਹਾਂ, ਭਗਤੀ ਕਰਦੇ ਹਾਂ, ਲਿਵ ਦੇ ਵੱਲ ਸਾਡਾ ਲਿਵ ਲੱਗੀ ਹੁੰਦੀ ਹੈ ਨਾ ਜਿਸ ਵੇਲੇ, ਤੇ ਉਹਦਾ ਮਤਲਬ ਸਾਡਾ ਇਹ ਹੁੰਦਾ ਵੀ ਭਾਈ ਅਸੀਂ ਰੱਬ ਵਰਗੇ ਹਾਂ। ਜਿਹਨੂੰ ਗੁਰਬਾਣੀ ਕਹਿੰਦੀ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸਾਡਾ ਜਾਪ ਜਿਹੜਾ ਨਾ ਇਸ ਪਾਸੇ ਦਾ ਹੋਵੇ ਵੀ ਅਸੀਂ ਰੱਬ ਦੇ ਰੂਪ ਹਾਂ ਤੇ ਰੱਬ ਵਰਗੇ ਹੋਣਾ ਹੈ। ਸਾਡਾ ਹੋਰ ਕਿਸੇ ਵਾਲਾ ਸੁਭਾਅ ਨਹੀਂ ਵੀ ਮੈਂ ਇਹਦੇ ਵਰਗਾ ਹੋਣਾ ਹੈ ਜਾਂ ਮੈਂ ਉਹਦੀ ਸ਼ਕਲ, ਉਹਦੀ ਫੋਟੋ ਦੀ ਪੂਜਾ ਕਰਾਂ ਤੇ ਉਹਦੇ ਵਰਗਾ ਹੋ ਜਾਵਾਂਗਾ, ਕਿਉਂਕਿ ਇਹ ਕੁਦਰਤ ਦਾ ਨਿਯਮ ਹੈ। ਜਿਹਦੀ ਸੇਵਾ ਕਰੋਗੇ ਉਹਦੇ ਵਰਗੇ ਹੋ ਜਾਵੋਗੇ। ਜਿਹਦੀ ਸੇਵਾ ਕੀਤੀ ਉਹਦੇ ਵਰਗੇ ਹੋਗੇ। ਜੈਸੋ ਸੇਵੈ ਤੈਸੋ ਹੋਏ। ਮਰਦ ਕਹਿੰਦੇ ਜਿਹਦੀ ਸੇਵਾ ਕੀਤੀ ਨਾ ਉਹ ਦੇ ਹੋ ਜਾਂਦੇ ਹਨ। ਇਸ ਕਰਕੇ ਸੇਵਾ ਕਰਦਿਆਂ ਵੀ ਬੜਾ ਧਿਆਨ ਰੱਖਣਾ ਚਾਹੀਦਾ ਹੈ, ਸਿਮਰਨ ਕਰਦਿਆਂ ਵੀ ਸਾਡਾ ਧਿਆਨ ਕਿਹੜੇ ਪਾਸੇ ਜਾ ਰਿਹਾ ਹੈ। ਹਜ਼ੂਰ ਕਹਿੰਦੇ ਸੋਹੰ ਹੰਸਾ ਜਪੈ ਜਪਾਵੈ। ਜੋ ਮੈਂ ਹਾਂ ਉਹ ਰੱਬ ਹੈ, ਜੋ ਰੱਬ ਹੈ ਉਹ ਮੈਂ ਹਾਂ। ਭਾਵ ਕਿ ਰੱਬ ਤੇ ਮੇਰੇ ਵਿੱਚ ਫਰਕ ਨਹੀਂ ਹੈ। ਇਸ ਗੱਲ ਦੀ ਬੰਦਗੀ ਕਰੇ, ਉਹਦਾ ਧਿਆਨ ਇਸ ਪਾਸੇ ਲੱਗਾ ਰਵੇ। ਬੈਠ ਕੇ ਜ਼ਰੂਰੀ ਨਹੀਂ, ਇਹ 24 ਘੰਟੇ ਦੀ ਖੇਡ ਹੈ। ਬੈਠੇ ਦਿਨ ਦੇ ਵਿੱਚ 2 ਘੰਟੇ ਨਿਤਨੇਮ ਕਰ ਲਏ, 3 ਘੰਟੇ ਨਿਤਨੇਮ ਕਰ ਲਏ, ਉਹਦੇ ਕੋਲ ਸਮਾਂ ਹੈ ਤੇ ਕਰ ਲਵੇ। ਪਰ ਜਦੋਂ ਗੁਟਕਾ ਸਾਹਿਬ ਰੱਖ ਦਿੰਦਾ ਹੈ, ਪੋਥੀ ਰੱਖ ਦਿੰਦਾ ਹੈ, ਫਿਰ ਉਹਦਾ ਧਿਆਨ ਕਿਹੜੇ ਪਾਸੇ ਜਾਂਦਾ ਹੈ, ਉਹ ਜ਼ਿਆਦਾ ਜ਼ਰੂਰੀ ਹੈ ਇਸ ਪਾਸੇ ਤੋਂ ਵੀ। ਅਚਰਜ ਰੂਪ ਅਨੂਪ ਲਿਵ ਗੰਧ ਸੁਗੰਧ ਅਵੇਸ਼ ਮਚਾਵੇ। ਸਾਡੇ ਵਿੱਚ ਜਿਹੜੀ ਲਿਵ ਹੈ ਨਾ, ਉਹ ਇੱਦਾਂ ਦੀ ਨਹੀਂ ਆ ਵੀ ਜਿਹੜੀ ਥਕਾ ਦੇਣ ਵਾਲੀ ਹੈ। ਇਹ 2 ਖੇਡਾਂ ਹੁੰਦੀਆਂ ਨੇ। ਵੇਖੋ, ਮੈਂ ਤੁਹਾਨੂੰ ਕਹਾਂ ਜੀ ਧਿਆਨ ਲਾਓ, ਤੇ ਧਿਆਨ ਲਗਾਉਣ ਦੇ ਲਈ ਫਿਰ ਕੀ ਵਿਧੀਆਂ ਦਿੱਤੀਆਂ ਜਾਂਦੀਆਂ ਨੇ ਜੀ। ਲਾਈਟ ਦੇ ਵੱਲ ਵੇਖੀ ਜਾਓ, ਤੇ ਲਾਈਟ ਦੇ ਵੱਲ ਵੇਖੀ ਜਾਣਾ, ਇਹਦੇ ਤੋਂ ਤੁਸੀਂ ਨਿਗਾਹ ਨਹੀਂ ਹਟਾਉਣੀ, ਤੁਹਾਡਾ ਧਿਆਨ ਲੱਗਣਾ ਸ਼ੁਰੂ ਹੋ ਜਾਵੇਗਾ। ਕਈ ਲਾਈਟਾਂ ਦਾ ਹੀ ਧਿਆਨ ਕਰਵਾਈ ਜਾਂਦੇ ਆ। ਇਹੋ ਜਿਹੀ ਮੈਡੀਟੇਸ਼ਨ ਸਾਨੂੰ ਕਰਾਏ ਜਾਂਦੇ ਨੇ। ਫਿਰ ਕਈ ਸਾਨੂੰ ਜੋੜਦੇ ਨੇ ਵੀ ਤੁਸੀਂ ਵੇਖੋ ਜੀ, ਇਸ ਫੋਟੋ ਦੇ ਵੱਲ ਧਿਆਨ ਦਿਓ ਤੇ ਬਸ ਇਹਦੇ ਵੱਲ ਹੀ ਵੇਖੀ ਜਾਓ, ਇਸ ਬਾਬੇ ਦੇ ਵੱਲ ਹੀ ਵੇਖੀ ਜਾਓ। ਇਹ ਕੀ ਧਿਆਨ ਨੇ? ਇਹ ਸਾਰੇ ਜਿਹੜੇ ਨੇ ਨਾ, ਇਹ ਸਾਡੇ ਧਿਆਨ ਪੱਕੇ ਨਹੀਂ ਨੇ। ਗੁਰਮਤ ਇਹਨਾਂ ਧਿਆਨਾਂ ਨੂੰ ਨਹੀਂ ਮੰਨਦੀ ਹੈ। ਥੱਕ ਜਾਂਦਾ ਹੈ ਸਰੀਰ ਜਦੋਂ ਇੱਦਾਂ ਦੀ ਲਿਵ ਹੋਵੇਗੀ ਨਾ, ਸਰੀਰ ਥੱਕੇਗਾ। ਮੰਨ ਲਓ ਕਿਸੇ ਨੇ ਕਹਿ ਦਿੱਤਾ ਵੀ ਮੋਮਬੱਤੀ ਵੱਲ ਵੇਖ ਕੇ ਧਿਆਨ ਲਾਈ ਗਿਆ 1 ਘੰਟਾ ਧਿਆਨ ਲਾ ਲੇਗਾ, 2 ਘੰਟੇ ਲਾ ਲੇਗਾ, ਤੇ ਲਿਵ ਤੇ 24 ਘੰਟੇ ਦੀ ਹੁੰਦੀ ਹੈ, ਲਿਵ 2 ਘੰਟੇ ਦੀ ਨਹੀਂ ਹੁੰਦੀ। ਸਮਾਧੀ 2 ਘੰਟੇ ਵਾਲੀ ਨਹੀਂ ਹੈ ਸਾਡੀ 24 ਘੰਟੇ ਹੀ ਹੈ। ਜਿੱਦਾਂ ਅਸੀਂ ਆਮ ਲਾਈਫ ਸਟਾਈਲ ਜੀ ਰਹੇ ਹਾਂ ਨਾ, ਇੱਦਾਂ ਲਿਵ ਦੇ ਵਿੱਚ ਜੀਣਾ ਹੁੰਦਾ। ਤੇ 2 ਘੰਟੇ ਤੁਸੀਂ ਵੀ ਸਮਝਦਾਰ ਹੋ। ਵੇਖੋ, ਆਹ 2 ਘੰਟੇ ਕਿਤੇ ਲਾਈਟ ਵੇਖਣੀ ਪੈ ਜਾਵੇ ਤੇ ਬਾਅਦ ਦੇ ਵਿੱਚ ਜਦੋਂ ਕਿਤੇ ਅੱਖ ਬੰਦ ਕਰਨੀ ਪੈ ਜਾਵੇ ਤੇ ਕੀ ਹਾਲਤ ਹੋ ਜਾਂਦੀ ਹੈ ਅੱਖਾਂ ਦੀ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਸਾਡੀ ਲਿਵ ਥਕਾਉਣ ਵਾਲੀ ਨਹੀਂ ਹੈ ਵੀ 2 ਘੰਟੇ ਧਿਆਨ ਲਾਇਆ ਤੇ ਹੁਣ ਮੈਂ ਥੱਕ ਗਿਆ ਹਾਂ। ਨਹੀਂ, ਸਾਡੀ ਲਿਵ ਕਿੱਦਾਂ ਦੀ ਹੈ? ਅਚਰਜ ਰੂਪ ਅਨੂਪ ਲਿਵ। ਜਿਹੜਾ ਲਿਵ ਦਾ ਰੂਪ ਹੈ ਨਾ, ਉਹ ਤੇ ਆਨੰਦ ਦੇਣ ਵਾਲਾ ਹੈ, ਸਕੂਨ ਦੇਣ ਵਾਲਾ ਹੈ। ਵੀ ਮੈਨੂੰ ਸਗੋਂ ਹੋਰ ਆਨੰਦ ਆ ਗਿਆ ਹੈ। ਮੈਂ ਥੱਕਿਆ ਨਹੀਂ ਹਾਂ ਲਿਵ ਲਾ ਕੇ, ਮੈਂ ਥੱਕਿਆ ਨਹੀਂ ਹਾਂ ਧਿਆਨ ਲਾ ਕੇ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਵੇਖੋ ਭਾਈ, ਬਾਹਰ ਵੀ ਬੰਦਾ ਕੰਮ ਕਰਦਾ ਹੈ, ਪਰ ਜਦੋਂ ਗੁਰਦੁਆਰੇ ਆ ਕੇ ਸੇਵਾ ਕਰਦਾ ਨਾ, ਉਹਨੂੰ ਕਦੀ ਨਹੀਂ ਲੱਗਦਾ ਵੀ ਮੈਂ ਥੱਕ ਗਿਆ ਹਾਂ। ਜਿਹੜਾ ਸੇਵਾ ਕਰਦਾ ਹੋਵੇ ਉਹਨੂੰ ਕਦੀ ਨਹੀਂ ਲੱਗਦਾ ਮੈਂ ਥੱਕ ਗਿਆ। ਉਹਨੂੰ ਤਾਂ ਇੰਝ ਲੱਗਦਾ ਵੀ ਸ਼ਾਇਦ ਮੇਰੀ ਥਕਾਵਟ ਉਤਰ ਗਈ ਹੈ। ਲਿਵ ਇੱਦਾਂ ਹੈ। ਪਾਠ ਇੱਦਾਂ ਦਾ ਨਹੀਂ ਹੁੰਦਾ ਵੀ ਪਾਠ ਕਰਦਿਆਂ ਮੈਂ ਕਹਾਂ ਜੀ ਮੈਂ ਤਾਂ ਥੱਕ ਗਿਆ। ਪਾਠ ਇੱਦਾਂ ਦਾ ਹੈ ਮੇਰੀ ਥਕਾਵਟ ਲਾ ਦੇਵੇ। ਲੋਕੀ ਕਰਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਐਂਟਰਟੇਨਮੈਂਟ ਕਿਉਂ ਸੁਣਿਆ ਜਾ ਰਿਹਾ? ਇਸੇ ਕਰਕੇ ਤੇ ਸੁਣਿਆ ਜਾ ਰਿਹਾ ਨਾ ਕਿ ਸਾਰੇ ਦਿਨ ਦੀ ਜਿਹੜੀ ਮੇਰੇ ਅੰਦਰ ਫਰਸਟ੍ਰੇਸ਼ਨ ਹੈ, ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਥਕਾਵਟ ਹੋਈ ਹੈ ਉਹ ਨਿਕਲ ਜਾਵੇ। ਮੈਂ ਇਸ ਕਰਕੇ 2-4 ਮਿੰਟ ਲਈ ਇਹਨੂੰ ਐਂਟਰਟੇਨਮੈਂਟ ਨੂੰ ਸੁਣਦਾ ਪਿਆ ਹਾਂ। ਸਾਰੇ ਚਾਹੁੰਦੇ ਆ ਨਾ ਵੀ ਅੰਦਰੋਂ ਜਿਹੜੀ ਇੱਦਾਂ ਕਹਿ ਲਓ ਵੀ ਐਨਜ਼ਾਈਟੀ ਜਿਹੜੀ ਅੰਦਰ ਬਣੀ ਪਈ ਹੈ, ਚਿੰਤਾ ਬਣੀ ਪਈ ਹੈ, ਉਹ ਨਿਕਲ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ। ਕੋਈ ਕਿਸੇ ਚੀਜ਼ ਦਾ ਆਸਰਾ ਲੈ ਰਿਹਾ, ਕੋਈ ਕਿਸੇ ਚੀਜ਼ ਦਾ ਆਸਰਾ ਲੈ ਰਿਹਾ। ਜੇ ਪਾਠ ਕਰਦਿਆਂ ਬੰਦਾ ਥੱਕ ਗਿਆ ਹੈ ਤੇ ਥਕਾਵਟ ਉਤਾਰੇਗੀ ਕਿਹੜੀ ਚੀਜ਼? ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਸਾਡੀ ਲਿਵ ਥਕਾਵਟ ਲਾਉਣ ਵਾਲੀ ਹੈ, ਨਾ ਕਿ ਥਕਾਉਣ ਵਾਲੀ ਹੈ। ਲਿਵ ਲਾਉਣੀ ਆਂਦੀ ਮੈਂ ਤੇ ਇੱਥੇ ਬੈਠ ਕੇ ਸਮਾਧੀ ਲਗਾਵਾਂਗਾ। ਭਾਈ ਗੁਰਦਾਸ ਕਹਿੰਦੇ ਫਿਰ ਬਾਕੀ ਦਿਨ ਕੀ ਕਰੋਗੇ?
ਸਾਡੀ ਲਿਵ ਜਿਹੜੀ ਹੈ ਨਾ, ਗੰਧ ਸੁਗੰਧ ਅਵੇਸ਼ ਮਚਾਵੇ। ਇਹ ਤੇ ਇਦਾਂ ਦੀ ਹੈ ਜਿੱਦਾਂ ਫੁੱਲ ਦੇ ਲਾਗੇ ਬੈਠੀ ਹੋਈਏ ਤੇ ਫੁੱਲ ਸੁਗੰਧੀ ਦੇ ਹੀ ਜਾਂਦਾ ਹੈ ਨਾ, ਇਦਾਂ ਅਸੀਂ ਸਾਡੇ ਅੰਦਰ ਜਿਹੜੀ ਲਿਵ ਹੈ ਨਾ, ਉਹਨੇ ਸੁਗੰਧੀ ਕਰਨੀ ਹੁੰਦੀ ਹੈ। ਸਾਨੂੰ ਆਪਣੀ ਸੁਗੰਧੀ ਦਾ ਆਪ ਹੀ ਸਕੂਨ ਆ ਰਿਹਾ ਹੋਵੇ। ਹੈ ਪ੍ਰੈਕਟਿਸ ਦੀਆਂ ਖੇਡਾਂ ਨੇ। ਮੈਂ ਫਿਰ ਕਹਿ ਦੇਵਾਂ, ਇਹਨੂੰ ਇਹ ਨਾ ਸੋਚਿਓ ਵੀ ਪਾਠ ਦਾ ਮਤਲਬ ਸਿਰਫ ਅੱਧਾ ਘੰਟਾ ਹੈ। ਪਾਠ ਦਾ ਮਤਲਬ ਹੀ ਇਹ ਹੈ ਵੀ ਅੱਧਾ ਘੰਟਾ ਤੁਸੀਂ ਬੈਠ ਕੇ ਕਰੋ, ਪਰ ਉਹਦਾ ਪ੍ਰਭਾਵ ਤੁਹਾਡੇ ਉੱਤੇ ਘੱਟੋ ਘੱਟ 23 ਸਾਢੇ 23 ਘੰਟੇ ਰਹਿਣਾ ਚਾਹੀਦਾ ਹੈ, ਫਿਰ ਉਹ ਲਿਵ ਬਣਦੀ ਹੈ। ਸਾਡੀ ਲਿਵ ਇੱਦਾਂ ਦੀ ਨਹੀਂ ਵੀ 2 ਘੰਟੇ ਲਾ ਲਈ ਤੇ 22 ਘੰਟੇ ਜੋ ਮਰਜ਼ੀ ਕਰਦੇ ਰਹੋ। ਸਾਡੇ ਸਾਰੇ ਦਿਨ ਦੇ ਨਾਲ ਇਹ ਸਾਰੀਆਂ ਚੀਜ਼ਾਂ ਕਾਊਂਟ ਕਰਦੀਆਂ ਨੇ। ਜਿੱਦਾਂ ਸੁਗੰਧੀ ਹਰ ਪਾਸੇ ਖਿਲਰਦੀ ਹੈ, ਸਾਡੀ ਲਿਵ ਇੱਦਾਂ ਦੀ ਹੈ। ਲਿਵ ਗੰਧ ਸੁਗੰਧ ਅਵੇਸ਼ ਮਚਾਵੇ, ਸੁਖ ਸਾਗਰ ਚਰਨਾਰ ਬਿੰਦ, ਸੁਖ ਸੰਪਟ ਵਿੱਚ ਸਹਿਜ ਸਮਾਵੇ। ਚਰਨਾਰ ਬਿੰਦ, ਅਰਬਿੰਦ ਦਾ ਮਤਲਬ ਹੁੰਦਾ ਹੈ ਕਮਲ। ਚਰਨਾਰ ਬਿੰਦ ਕਾਫੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਆਉਂਦਾ ਹੈ। ਚਰਨਾਰ ਬਿੰਦ ਦਾ ਮਤਲਬ ਵੀ ਚਰਨ ਕਮਲ ਹੈ, ਕਮਲ ਵਰਗੇ ਚਰਨ। ਸਾਡੇ ਦਿਨ ਦੇ ਵਿੱਚ ਅਸੀਂ ਕਹਿ ਦਿੱਤਾ ਵੀ ਸਾਡੀ ਸੁਰਤ ਲੱਗੀ ਰਹਿਣੀ ਚਾਹੀਦੀ ਹੈ ਜੀ, ਲਿਵ ਲੱਗੀ ਰਹਿਣੀ ਚਾਹੀਦੀ ਹੈ। ਜੋਗੀ ਵੀ ਲਿਵ ਲਾਉਂਦੇ ਸੀ ਪਰ ਸ਼ਰਾਬ ਪੀ ਲੈਂਦੇ ਹੁੰਦੇ ਸੀ, ਫਿਰ ਬੇਹੋਸ਼ ਹੋਏ ਰਹਿਣਾ। ਕਹਿੰਦੇ ਜੀ ਇਹ ਲਿਵ ਦੇ ਵਿੱਚ ਜੁੜਿਆ ਹੈ। ਸਤਿਗੁਰੂ ਕਹਿੰਦੇ ਇੱਦਾਂ ਦੀ ਲਿਵ ਨਹੀਂ, ਲਿਵ ਹੋਸ਼ ਦੇ ਵਿੱਚ ਹੋਵੇ। ਉਹਨੂੰ ਫਿਰ ਕੀ ਕਿਹਾ? ਸੁਖ ਸਾਗਰ ਚਰਨਾਰ ਬਿੰਦ। ਸੁੱਖਾਂ ਦਾ ਸਾਗਰ ਹੈ ਅਕਾਲ ਪੁਰਖ ਵਾਹਿਗੁਰੂ, ਸੁਖ ਸੰਪਟ ਵਿੱਚ ਸਹਿਜ ਸਮਾਵੈ। ਉਹ ਇੱਦਾਂ ਦੀ ਖੇਡ ਹੈ ਭਾਈ। ਜਿਹੜਾ ਗੁਰਸਿੱਖ ਹੈ ਉਹ ਉਹਦੇ ਵਿੱਚ ਸਹਿਜ ਰੂਪ ਦੇ ਵਿੱਚ ਸਮਾਇਆ ਰਹਿੰਦਾ ਹੈ। ਸਹਿਜ ਦਾ ਮਤਲਬ ਹੁੰਦਾ ਹੈ ਐਫਰਟਲੈਸ, ਆਰਾਮ ਦੇ ਨਾਲ ਸਮਾਇਆ ਹੋਇਆ। ਹੁਣ ਜਿੱਦਾਂ ਤੁਸੀਂ ਆ ਕੇ ਬੈਠੇ ਜੇ ਤੇ ਤੁਹਾਨੂੰ ਕੱਲ੍ਹ ਨੂੰ ਕੋਈ ਸੰਗਤ ਦੇ ਵਿੱਚ ਆ ਕੇ ਕਹਿਣ ਲੱਗ ਪਵੇ, ਨਹੀਂ ਜੀ ਇੱਕ ਲੱਤ 'ਤੇ ਖੜੇ ਹੋ ਕੇ ਕਥਾ ਸੁਣੋ, ਫਿਰ ਕਥਾ ਦਾ ਅਸਰ ਜ਼ਿਆਦਾ ਹੁੰਦਾ। ਖੜੇ ਹੋ ਕੇ ਕਥਾ ਸੁਣੋ, ਫਿਰ ਕਥਾ ਦਾ ਅਸਰ ਜ਼ਿਆਦਾ ਹੁੰਦਾ। ਪੈਰਾਂ ਨੇ ਥੋੜ੍ਹਾ ਕਥਾ ਸੁਣਨੀ ਹੈ, ਕੰਨਾਂ ਨੇ ਸੁਣਨੀ ਹੈ। ਜਿੱਦਾਂ ਮਰਜ਼ੀ ਬੈਠ ਕੇ ਸੁਣ ਲਵੋ। ਮੈਂ ਕਹਿੰਦਾ ਹੁੰਦਾ ਵੀ ਠੀਕ ਹੈ, ਸਰੀਰ ਠੀਕ ਹੋਵੇ ਤੇ ਆਰਾਮ ਦੇ ਨਾਲ ਬੈਠ ਕੇ ਸੁਣੀਏ, ਪਰ ਮੇਨ ਗੱਲ ਤੇ ਕੰਨਾਂ ਦੀ ਹੈ ਨਾ। ਜਿੱਦਾਂ ਮਰਜ਼ੀ ਸੁਣੋ, ਗੱਲ ਕਥਾ ਸੁਣਦੀ ਹੈ ਵੀ ਕਥਾ ਸੁਣਨੀ ਹੈ, ਕੀਰਤਨ ਸੁਣਨਾ ਹੈ। ਇੱਦਾਂ ਸਮਾਏ ਰਹਿਣਾ ਹੁੰਦਾ ਹੈ, ਇੱਦਾਂ ਹਰ ਵੇਲੇ ਧਿਆਨ ਇਸ ਪਾਸੇ ਲਾਉਣਾ ਹੁੰਦਾ ਹੈ। ਸੁਖ ਸੰਪਟ ਵਿੱਚ ਸਹਿਜ ਸਮਾਵੈ, ਗੁਰਮੁਖ ਸੁਖ ਫਲ ਪਿਰਮ ਰਸ, ਦੇਹ ਵਿਦੇਹ ਪਰਮ ਪਦ ਪਾਵੇ। ਗੁਰਮੁਖ ਨੂੰ ਜਿਹੜਾ ਰਸ ਹੈ ਨਾ, ਉਹ ਨਾਮ ਦੇ ਰਸ ਦਾ ਆ ਰਿਹਾ ਹੁੰਦਾ ਹੈ, ਪਿਆਰ ਦਾ ਰਸ ਆ ਰਿਹਾ ਹੁੰਦਾ ਹੈ। ਦੇਹ ਵਿਦੇਹ, ਦੇਹ ਤੋਂ ਵਿਦੇਹ ਹੋ ਜਾਣਾ ਕੀ ਹੈ? ਉਹ ਕਈਆਂ ਨੇ ਨਾ ਇਹਦੀ ਵਿਆਖਿਆ ਇੱਦਾਂ ਦੀ ਕਰ ਦਿੱਤੀ, ਜੀ ਉਹ ਸੰਗਤ ਦੇ ਵਿੱਚ ਬੈਠਾ ਸੀ ਤੇ ਉੱਡਣ ਲੱਗ ਪਿਆ। ਚਲੋ ਜੇ ਉੱਡ ਵੀ ਪਵੇ, ਮੰਨ ਲਓ ਕੋਈ ਸਾਡੇ ਵਿੱਚੋਂ ਬੈਠਾ ਕੱਲ੍ਹ ਨੂੰ ਉੱਡਣ ਵੀ ਲੱਗ ਪਵੇ, ਤੇ ਫਿਰ ਕੀ ਵੱਧ ਮਾਰਕਾ ਮਾਰ ਲਿਆ? ਪੰਛੀ ਸਦਾ ਹੀ ਉੱਡਦੇ ਰਹਿੰਦੇ ਨੇ। ਆ ਹੁਣੇ ਚਾਮਚੜੇ ਕੰਦਰ ਆ ਜੇ, ਉਹਨੇ ਕਦੀ ਇੱਧਰ ਹੋ ਜਾਣਾ ਕਦੀ ਉੱਧਰ ਹੋ ਜਾਣਾ। ਇਹਦੇ ਤੋਂ ਵੱਧ ਉਹਨੂੰ ਕੀ ਮੰਨਾਂਗੇ ਅਸੀਂ? ਵੀ ਉੱਡਣਾ ਬੜੀ ਕੋਈ ਵਡਿਆਈ ਹੈ। ਮਰਦ ਕਹਿੰਦੇ ਨੇ ਵੀ ਨਭ ਕੇ ਉਡਈਆ ਤਾਹੇ ਪੰਛੀ ਕੀ ਵਡਈਆ ਦੇ, ਤਾਂ ਬਗਲਾ ਬਿੜਾਲ ਬ੍ਰਿਕ ਧਿਆਨੀ ਠਾਨੀਅਤ ਹੈ। ਜੇ ਤੁਸੀਂ ਕਹਿੰਦੇ ਦੇ ਨਾ ਵੀ ਉੱਡਣਾ ਹੀ ਸਾਰਾ ਭਗਤੀ ਹੈ, ਤੇ ਜਿਹੜੇ ਪੰਛੀ ਆਕਾਸ਼ ਦੇ ਵਿੱਚ ਉੱਡਦੇ ਰਹਿੰਦੇ ਨੇ ਤੇ ਉਹਨਾਂ ਨੂੰ ਤੁਸੀਂ ਕਿੱਦਾਂ ਪਿੱਛੇ ਕਹਿ ਦੇਵੋਗੇ? ਉਹ ਸਾਡੇ ਨਾਲੋਂ ਅੱਗੇ ਨੇ ਫਿਰ, ਕਿਉਂਕਿ ਇਹਨਾਂ ਗੱਲਾਂ ਨੂੰ ਬੜਾ ਪ੍ਰਮੋਟ ਕੀਤਾ ਜਾਂਦਾ ਨੇ ਵੀ ਜੀ ਉਹ ਸੰਗਤ ਦੇ ਵਿੱਚ ਬੈਠਾ ਤੇ ਉੱਡਣ ਲੱਗ ਪਿਆ। ਚਲੋ ਜੇ ਉੱਡਣ ਵੀ ਲੱਗ ਪਵੇ ਤੇ ਗੁਰਮਤਿ ਕਹਿੰਦੀ ਕੋਈ ਮੰਜ਼ਿਲ ਨਹੀਂ ਮਾਰ ਲਈ ਤੁਸੀਂ, ਨੋਰਮਲ ਜੀ ਖੇਡ ਹੈ। ਗੁਰਮੁਖ ਸੁਖ ਫਲ ਪਿਰਮ ਰਸ, ਦੇਹ ਵਿਦੇਹ ਪਰਮ ਪਦ ਪਾਵੇ। ਇਹਦਾ ਮਤਲਬ ਇਹ ਹੈ ਵੀ ਭਾਈ ਦੇਹੀ ਤੋਂ ਵਿਦੇਹ ਹੋ ਜਾਣਾ। ਦੇਹੀ ਤੋਂ ਵਿਦੇਹ ਹੋਣ ਦਾ ਮਤਲਬ ਹੈ ਸਰੀਰ ਦੇ ਜਿੰਨੇ ਟੇਸਟ ਨੇ, ਸਰੀਰ ਦੇ ਜਿੰਨੇ ਚਸਕੇ ਨੇ, ਇਹਨਾਂ ਨੂੰ ਛੱਡ ਕੇ ਤੇ ਇਹਨਾਂ ਤੋਂ ਉੱਚੇ ਹੋ ਜਾਣਾ। ਜਿਹਨੂੰ ਮਰਦ ਕਹਿੰਦੇ ਨਾਰ ਨਾ ਪੁਰਖ ਕਹੋ ਕਉ ਕੈਸੇ। ਸਰੀਰ ਦੀ ਸੈਂਸ ਤੋਂ, ਇੱਦਾਂ ਕਹਿ ਲਓ ਵੀ 5 ਇੰਦਰੀਆਂ ਦੀ ਖਿੱਚ ਤੋਂ ਉੱਤੇ ਉੱਠ ਕੇ ਜੀਣਾ, ਇਹ ਸਾਡਾ ਵਿਦੇਹ ਹੋਣਾ ਹੈ। ਚਸਕਿਆਂ ਤੋਂ ਉੱਤੇ ਉੱਠ ਕੇ ਜੀਣਾ ਸਾਡਾ ਵਿਦੇਹ ਹੋਣਾ ਹੈ। ਕਿਸੇ ਸਵਾਦ ਦੇ ਪਿੱਛੇ ਨਹੀਂ ਦੌੜਨਾ, ਇਹ ਸਾਡਾ ਵਿਦੇਹ ਹੋਣਾ ਹੈ। ਦੇਹ ਵਿਦੇਹ ਪਰਮ ਪਦ ਪਾਵੇ। ਉਹ ਸੰਗਤ ਦੇ ਵਿੱਚ ਆ ਕੇ ਤੇ ਇੱਦਾਂ ਪਰਮ ਅਵਸਥਾ ਹਾਸਲ ਕਰਦੇ ਨੇ। ਸਾਧ ਸੰਗਤ ਮਿਲ ਅਲੱਖ ਲਖਾਵੇ। ਸੰਗਤ ਦੇ ਵਿੱਚ ਆ ਕੇ ਤੇ ਅਲੱਖ ਵਾਹਿਗੁਰੂ ਨੂੰ ਲੱਖ ਲੈਂਦੇ ਨੇ। ਫਿਰ ਮੈਂ ਇੱਕ ਬੇਨਤੀ ਕਰ ਦੇਵਾਂ, ਸਾਰਾ ਦਿਨ ਸਾਡਾ ਧਿਆਨ ਕਿਹੜੇ ਪਾਸੇ ਗਿਆ? ਜਿੱਦਾਂ ਭੌਰੇ ਦਾ ਕਮਲ ਦੇ ਵਿੱਚ ਹੈ, ਇੱਦਾਂ ਸਾਡਾ ਸ਼ਬਦ ਦੇ ਵਿੱਚ ਹੋਵੇ। ਕਿਸੇ ਹਠ ਯੋਗ ਦੇ ਵੱਲ, ਕਿਸੇ ਪ੍ਰਾਣਾਯਾਮ ਦੇ ਵੱਲ ਆਪਣਾ ਧਿਆਨ ਨਹੀਂ ਦੇਣਾ। ਸਾਡੇ ਕੰਨ ਸ਼ਬਦ ਵੱਲ ਹੋਣੇ ਚਾਹੀਦੇ ਨੇ। ਹਰ ਸਾਹ ਦੇ ਨਾਲ ਇਹੀ ਸਿਮਰਨ ਹੈ ਵੀ ਸਾਡਾ ਧਿਆਨ ਇਸ ਪਾਸੇ ਚੱਲਦਾ ਪਿਆ ਹੈ। ਦੂਜੇ ਨੰਬਰ ਦੇ ਉੱਤੇ ਆਪਣੇ ਮਨ ਨੂੰ ਗੁਰੂ ਦੇ ਵਾਲੇ ਸ਼ਬਦ ਦੇ ਵਿੱਚ, ਗੁਰੂ ਦੇ ਸ਼ਬਦ ਦੇ ਵਿੱਚ ਅਰਪ ਕੇ ਰੱਖਣਾ ਹੈ। ਇੱਦਾਂ ਹੌਲੀ ਹੌਲੀ ਪ੍ਰੈਕਟਿਸ ਕਰਾਂਗੇ ਨਾ ਆਪਾਂ, ਤੇ ਆਪਣੇ ਆਪ ਹੀ ਨਿੱਜ ਘਰ ਦੇ ਵਾਲੇ ਪਾਸਿਓਂ ਤੁਰ ਪਵਾਂਗੇ। ਇਹ ਪ੍ਰੈਕਟਿਸ ਦੀਆਂ ਖੇਡਾਂ ਨੇ, ਇਹ ਇੱਦਾਂ ਦੀਆਂ ਖੇਡਾਂ ਨਹੀਂ ਨੇ ਵੀ ਮੈਂ ਕਹਿ ਦੇਵਾਂ ਜੀ ਇੱਦਾਂ ਕਰਨਾ ਸ਼ੁਰੂ ਕਰ ਦਿਓ ਫਿਰ ਤੁਹਾਡਾ ਧਿਆਨ ਲੱਗੇਗਾ। ਨਹੀਂ, ਸਾਡਾ ਧਿਆਨ 24 ਘੰਟੇ ਦਾ ਹੀ ਹੈ, ਤੇ 24 ਘੰਟੇ ਹੀ ਪਕਾਉਣਾ ਹੈ ਇਹਨੂੰ। ਇਹ ਪੱਕ ਜਾਵੇ, ਇਹ ਸੰਗਤ ਦੇ ਵਿੱਚ ਆਪਣੇ ਆਪ ਹੀ ਹੋ ਜਾਵੇਗਾ। ਅੱਗੇ ਮਹਾਰਾਜ ਕਿਰਪਾ ਕਰਨਗੇ।